हरनाकश दी भैन जिहड़ी होलिका उहदे नाल जुड़दी आ, जिथों हिंदुस्तान दे अंदर होलियां दी शुरुआत मन्नी गई। इहदा असल कारण की सी ते उस कारण नालों किवें हिंदुस्तान दी प्रजा नूं तोड़ के ते केवल ऐशो इशरत ते रंगां दियां होलियां, लट्ठां दे नाल खेडण दियां होलियां ते सांग वरता के राजस्थान दे इलाके च खेडियां जाण वालियां होलियां नाल जोड़िया गया। जदों वर्ण आश्रम के अनुसार वंडियां पाईयां गईयां ते उदों भी वड्डे तिहार जड़े सी जिवें विसाखी ये ब्राह्मणां ने अपने लिए रख ली, दिवाली जिहड़ी वो कछत्रियां नूं दे दित्ती, वैश्यां नूं वखरा कुछ दिता ते सच एवे शूद्रां दे पल्ले इन्हां ने होली पाई। एक गल सानू साडे प्रिंसीपल कहंदे हुंदे सन, हिंदुस्तान दी प्रजा गुलाम सी, सारी उम्र उन्हां शूद्रां ने अमीरां दा पानी भरना ते एक दिन जां कह लो आ जिहड़े 7-8 दिन होलियां दे हुंदे ਇਹ ਉਹਨਾਂ ਨੂੰ ਦਿੱਤੇ ਜਾਂਦੇ ਰਹੇ, ਤੁਸੀਂ ਇਕੱਠੇ ਬਹਿ ਲਓ, ਮौज ਮਸਤੀ ਕਰ ਲਓ। ਤੇ ਕਹਿੰਦੇ ਉਹਨਾਂ ਨੇ ਇਹ ਦਿਨਾਂ ਦੇ ਅੰਦਰ ਫਿਰ ਰੱਜ ਕੇ ਇੰਨਾ ਕੁਝ ਹੋਇਆ ਕਿ ਕਹਿੰਦੇ ਜੋ ਮਿੱਟੀ ਸੀ ਉਹਨੂੰ ਘੋਲ ਘੋਲ ਕੇ ਵੀ ਲੋਕਾਂ ਤੇ ਪਾਣ ਲੱਗੇ। ਲੋਕ ਕਾਲੇ ਤੇਲ ਨੂੰ ਸੁੱਟਿਆ ਜਾਣ ਲੱਗਾ। ਅਸੀਂ ਅਕਸਰ ਵੇਖੀਆਂ ਗੱਲਾਂ ਹੋਈਆਂ, ਬਹੁਤ ਸ਼ਰੀਰਾਂ ਦੇ ਸ਼ੋਸ਼ਣ ਹੋਣ ਲੱਗੇ ਇਸ ਤਿਉਹਾਰ ਦੇ ਥੱਲੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਤੁਸੀਂ ਸੱਚ ਭੁੱਲ ਗਏ ਹੋ, ਇਹ ਹੋਲੀ ਅਸਲ 'ਚ ਸ਼ੁਰੂ ਕਿੱਥੋਂ ਹੋਈ ਆ? ਤੁਸੀਂ ਇੰਨੀ ਗਿਰਾਵਟ 'ਚ ਚਲੇ ਗਏ। ਆਓ ਮੈਂ ਤੁਹਾਨੂੰ ਫਿਰ ਉਸ ਨਿਮਾਣੇ ਪ੍ਰਹਿਲਾਦ ਸੱਚ ਨਾਲ ਜੋੜਦਾ ਜਿਹਦੀ ਵਿਜੈ ਤੇ ਜਿਸ ਦੀ ਜਿੱਤ ਵਿੱਚੋਂ ਇਹ ਹੋਲੀ ਇਸ ਧਰਤੀ ਦੇ ਉੱਤੇ ਮਨਾਈ ਜਾਣ ਲੱਗੀ। ਹੁਣ ਥੋੜਾ ਜਿਹਾ ਆਪਾਂ ਉਸ ਪਿਛੋਕੜ ਨੂੰ ਵੇਖੀਏ। ਕਹਿੰਦੇ ਇਤਿਹਾਸ ਦੇ ਅੰਦਰ ਹਰਨਾਕਸ਼ ਦੇ ਘਰ ਧਰੂ ਜਿਹੜੇ ਨੇ ਆਪਣੇ ਪ੍ਰਹਿਲਾਦ ਜੀ ਪੈਦਾ ਹੁੰਦੇ ਆ। ਹੁਣ ਪ੍ਰਹਿਲਾਦ ਜੀ ਉਸ ਪ੍ਰਮਾਤਮਾ ਦੇ ਭਗਤ ਨੇ ਤੇ ਸੱਚ ਇਵੇਂ ਜਿਵੇਂ ਅਸੀਂ ਆਮ ਪੜ੍ਹਦੇ ਆ, ਕਲਰੀ ਜ਼ਮੀਨ 'ਚ ਖੇਤ ਵਿੱਚੋਂ ਮਹਿੰਗੇ ਵੀ ਪਾਓ ਕਦੇ ਨਹੀਂ ਹੁੰਦੇ। ਪਰ ਕਹਿੰਦੇ ਪ੍ਰਹਿਲਾਦ ਜਿਹੜੇ ਨੇ ਉਹ ਹਰਨਾਕਸ਼ ਵਰਗੇ ਕਲਰੇ ਜੀਵਨ ਦੇ ਘਰ ਦੇ ਵਿੱਚੋਂ ਭਗਤ ਪੈਦਾ ਹੋਏ, ਜਿਸ ਭਗਤ ਦਾ ਨਾਮਣਾ ਅੱਜ ਪੂਰੀ ਦੁਨੀਆ ਦੇ ਅੰਦਰ ਜ਼ੋਰਾਂ ਸ਼ੋਰਾਂ ਨਾਲ ਵੱਜਦਾ। ਹੁਣ ਉਹ ਜੋ ਰੱਬ ਦਾ ਨਾਮ ਜਪਦੇ ਆ, ਦੂਜੇ ਪਾਸੇ ਹਰਨਾਕਸ਼ ਹੈ ਤੇ ਉਹਨੇ ਸਾਰੀ ਧਰਤੀ ਨੂੰ ਵਸ਼ ਕੀਤਾ, ਕਿਉਂਕਿ ਰੱਬ ਦੀ ਭਗਤੀ ਬਹੁਤ ਕੀਤੀ ਤੇ ਉਹਨੇ ਵਰ ਲੈ ਲਿਆ, ਨਾ ਮੈਂ ਅੰਦਰ ਨਾ ਬਾਹਰ, ਨਾ ਧਰਤੀ ਨਾ ਆਸਮਾਨ, ਨਾ ਦਿਨੇ ਨਾ ਰਾਤ। ਇਦਾਂ ਦੇ ਬੜੇ ਵਰ ਲਏ ਕਿ ਨਾ ਮੈਨੂੰ ਜਾਨਵਰ ਮਾਰੇ, ਨਾ ਮਨੁੱਖ ਮਾਰੇ, ਨਾ ਮੈਂ ਸ਼ਸਤਰ ਨਾਲ ਮਰਾਂ। ਤੇ ਇਹ ਵਰ ਲੈ ਕੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਉਹਨੇ ਰੱਬ ਬਣ ਕੇ ਧਰਤੀ ਤੇ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਈ। ਪਰ ਕਮਾਲ ਦੀ ਗੱਲ ਇਹ ਹੋਈ, ਉਹਦੇ ਘਰ 'ਚ ਜੰਮੇ ਪੁੱਤ ਨੇ ਜਦੋਂ ਬਾਗੀਪਣ ਦਿਖਾਇਆ ਤੇ ਹਰਨਾਕਸ਼ ਦੀ ਪੂਜਾ ਨੇ ਉਸ ਰੱਬ ਦੀ ਪੂਜਾ ਕੀਤੀ। ਉਹਨੂੰ ਆਪਣੇ ਪੁੱਤ ਦਾ ਮੋਹ ਨਹੀਂ ਆਇਆ, ਆਪਣਾ ਤਖਤ ਤੇ ਆਪਣੀ ਸੱਚ ਐਵੇਂ ਜੋ ਬੱਲੇ ਬੱਲੇ ਸੀ ਉਹ ਪਿਆਰੀ ਲੱਗੀ। ਆਪਣੇ ਪੁੱਤ ਨੂੰ ਮਰਾਉਣ ਦੇ ਲਈ ਉਹਨੇ ਹੀਲੇ ਵਰਤੇ। ਪਹਿਲਾਂ ਉਹਨੇ ਵਿਦਵਾਨਾਂ ਦੀ ਮਦਦ ਲਈ। ਸੰਡਾ ਮਰਕਾ ਇਹ ਦੋ ਉਸ ਸਮੇਂ ਅਧਿਆਪਕ ਨੇ ਜਿਨ੍ਹਾਂ ਦੇ ਅਧੀਨ ਬਾਬੇ ਪ੍ਰਹਿਲਾਦ ਨੂੰ ਕੀਤਾ ਕਿ ਇਹਨੂੰ ਸਮਝਾਓ ਕਿ ਤੁਹਾਡਾ ਅੰਨਦਾਤਾ, ਰਿਜ਼ਕ ਦਾਤਾ, ਪ੍ਰਜਾ ਪਾਲਕ, ਇਸ ਧਰਤੀ ਨੂੰ ਵਸ਼ ਕਰਨ ਵਾਲਾ ਉਹ ਕੇਵਲ ਹਰਨਾਕਸ਼ ਹੈ ਤੇ ਤੂੰ ਉਹਨੂੰ ਜਪ, ਪ੍ਰਮਾਤਮਾ ਦੀ ਬੰਦਗੀ ਨਾ ਕਰ। ਜਦੋਂ ਪ੍ਰਹਿਲਾਦ ਜੀ ਨੂੰ ਪਾਠਸ਼ਾਲਾ ਵਿੱਚ ਲਿਆਂਦਾ, ਸੰਡਾ ਮਰਕਾ ਜ਼ੋਰ ਲਾਇਆ ਕਿ ਚਲੋ ਆਪਣੇ ਹਾਣੀਆਂ ਬੱਚਿਆਂ ਨਾਲ, ਬੱਚਿਆਂ ਦਾ ਇੱਕ ਸੁਭਾਅ ਹੁੰਦਾ ਨਾ, ਦੂਜੇ ਦੀ ਰੀਸ ਬੜੀ ਛੇਤੀ ਕਰਦੇ। ਪਰ ਪ੍ਰਹਿਲਾਦ ਜੀ ਤਾਂ ਰੱਬ ਦੇ ਭਗਤ ਸਨ, ਜਨਮਾਂ ਦੀ ਕਮਾਈ ਲੈ ਕੇ ਆਏ। ਉਹਨਾਂ ਨੇ ਉੱਥੇ ਬਹਿ ਕੇ ਫੱਟੀ ਦੇ ਉੱਤੇ ਕਹਿੰਦੇ ਤਾਲ ਹੱਥ ਨਾ ਵਜਾਣਾ ਤੇ ਨਾਲ ਹਰੀ ਹਰੀ ਰਾਮ ਰਾਮ ਗਾਉਣਾ ਤੇ ਪਿੱਛੇ ਪਿੱਛੇ ਸਾਰੇ ਬੱਚੇ ਲਾਤੇ। ਖੈਰ ਅਸੀਂ ਸੰਖੇਪ ਚੱਲਣਾ। ਸੰਡਾ ਮਰਕਾ ਜਾ ਕੇ ਕਹਿੰਦੇ ਆ ਹਰਨਾਕਸ਼ ਨੂੰ, ਤੇਰੇ ਪੁੱਤ ਨੇ ਤੇ ਕੀ ਸੁਧਰਨ, ਅਸੀਂ ਇਹਨੇ ਤੇ ਸਾਰੇ ਆਪਣੇ ਨਾਲ ਦੇ ਵੀ ਵਿਗਾੜ ਦਿੱਤੇ ਆ। ਭਾਵ ਉਹ ਵੀ ਹੁਣ ਰਾਮ ਰਾਮ ਹਰੀ ਹਰੀ ਕਹਿਣਾ ਸ਼ੁਰੂ ਕਰ ਗਏ ਤੇ ਉਹ ਬੇਨਤੀ ਕਰਦੇ, ਸੰਡਾ ਮਰਕੈ ਜਾਏ ਪੁਕਾਰੈ, ਪੜੈ ਨਹੀਂ ਹਮ ਹੀ ਪਚਹਾਰੈ, ਰਾਮ ਕਹਿ ਕਰ ਤਾਲ ਬਜਾਵੈ, ਚਟਿਆ ਸਭੇ ਬਿਗਾਰੇ, ਰਾਮ ਨਾਮਾ ਜਪੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਵੇਖੋ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ, ਇਸ ਕਰਕੇ ਸ਼ੁਰੂਆਤ ਉੱਥੋਂ ਕਿ ਇਹ ਹੋਲੀ ਦਹਨ, ਇਹ ਹੋਲੀ ਦਾ ਤਿਉਹਾਰ ਹਿੰਦੁਸਤਾਨ 'ਚ ਕਿਉਂ ਮਨਾਇਆ ਜਾਣ ਲੱਗਾ। ਜਦੋਂ ਪਤਾ ਲੱਗਿਆ ਮਾਂ ਨੂੰ ਕਿ ਹਰਨਾਕਸ਼ ਜਿਹੜਾ ਉਹ ਕ੍ਰੋਧਵਾਨ ਹੋਇਆ, ਮੇਰੇ ਬੱਚੇ ਨੂੰ ਮਾਰ ਦਊਗਾ, ਉਸ ਮਾਂ ਨੇ ਸਮਝਾਇਆ, ਦੁੱਧ ਦੇ ਵਾਸਤੇ ਪਾਏ ਕਿ ਪੁੱਤ ਤੇਰੇ ਪਿਤਾ ਨੇ ਇਸ ਧਰਤੀ ਨੂੰ ਵਸ 'ਚ ਕੀਤਾ, ਤੂੰ ਕਿਰਪਾ ਕਰਕੇ ਰੱਬ ਨੂੰ ਨਾ ਜਪ, ਉਹਦੀ ਜੈ ਜੈ ਕਰ। ਪਰ ਕਹਿੰਦੇ ਆ ਸੱਚ ਐਵੇਂ ਮਾਂ, ਬੇਸ਼ੱਕ ਤੂੰ ਮੈਨੂੰ ਆਪਣਾ ਦੁੱਧ ਪਿਲਾਇਆ
तू मैनू कुख च रख के पालिया उहदे वास्ते पाउनीए, पर जो सच है कि इस धरती नू बनाउण ते मिटाउण ते पालन वाला केवल रिजक दाता वो एक परमात्मा हाँ, मैं ओनू जपांगा। मां कहंदी आ वसदा वस कीनी सब राजे बिनती करे पटरानी, पर अगे लिखिया पूत प्रहलाद कहे वो नहीं मानै तिन तो और ठानी, वो एक नहीं मानते। तीजा हल्ला यह होया कि एक बैठक बैठी, अक्सर जदों भी कोई काम सिरे ना चढ़े ते राजे लोग मंत्री लोग फिर बैठक बिठाउंदे आ, ओहदे विच वजीरो उहनां विच होर अकल लतीफ फौजदार जिन्ने भी कड़म चौधरी आउंदे, कहंदे हुण करिए की, ना अध्यापकों कोलों मन्निया, ना मां ने अपनी कुख दुध का वास्ता पाया ही मन्निया, कहंदे फिर इको ही हीला जे मनदा नहीं ते इहनूं जानों मार दिता जाए। फिर बेनती है मार कौन रहा, सका पिता जिन्होंने औलादा अपने जान तो प्यारियां हुंदियां, पर जदों चौधर सच एवे सामने आ जाए उदों हरनाकश वर्गे प्यो अपने पुत प्रहलाद वर्गे नूं भी मारनों घट नहीं करते। हुण चार तरीके दसे आ बाणी दे अंदर, कहंदे आ दुष्ट सभा मिल मंत्र पकाया, दुष्टां दी सभा लगी एक मता पकाया गया, दुष्ट सभा मिल मंत्र पकाया, कर सैं औद कनेरी कि इनू मार दो हुण, सच एवे साध संगत जी गिर तर जल ज्वाला भै राख्यो, राजा राम माया फेरी। ये सिद्धांत है जिन्हों उजागर गुरु गोबिंद सिंह ने 1700 ईस्वी अंदर आनंदपुर साहब की धरती ते होलगढ़ दे किले च कीता कि दुनिया दे लोगों प्रहलाद दे भगती दे अगे सच दे अगे अग ने हवा ने पानी ने अपना सुभाव बदलिया। आओ तुसी गंद ते रंग नाल होलियां ना खेडो, उस सच्चे परमात्मा दे नाम नाल जुड़ो ते सच्चा रंग जीवन च चाड़ो, जिस रंग सदका लोग ते परलेख तुहाडा सुहेला हो जे। ये महाराज दी देन सी। हुण कहंदे गिर गिर कहंदे पहाड़ नूं, सका पिता हुक्म करदा मार दिओ, प्रहलाद नूं पहाड़ तो सुट दिया, पर कहंदे धरती इवें बोच लैंदी जिवें गोद विच मां अपने पुੱਤ नूं झूटे दिंदी होवे, कुछ नहीं होया। गिर तर तर कहंदे रुख नूं, रुख तो सुटिया गया पर रुखां दी जिरांद ओथे भी बाल दा विंगा होया। संगत गिर तर जल, जल कहंदे पानी नूं कि पानी च डोब दिओ, सच जाणिओ पानी दा सुभाव डोबना है, तुसी 10 ग्राम दा पत्थर भी सुटो पानी डोब दिंदा है, पर जदों रब दी भगती करन वालियां दे उत्ते लोग करोपी करदे आ, उदों सच एवे जल भी अपने भगतां नूं जिवें मृगशाला ते बह के कोई भगती करे इवें एक कंडे तो दूजे कंडे ला दिंदा है। क्योंकि ये पानी होवे अग होवे सब कुछ रब दे वस है, ये रब दे हुक्म च है। भै विच पवन वह सद वाओ, भै विच चलै लख दरियाओ। खैर उथे डुबिया नहीं, गिर तर जल ज्वाला। हुड़ा जड़ा ज्वाला ना इनू ध्यान च रखियो। हिंदुस्तान दे अंदर 3 त्योहार इहो जे ने जेड़े अग नाल मनाए जांदे आ, ध्यान नाल सुनियो। पहला है कि जदों साडे घरां च लोहड़ी आवे ते ये माफ करियो सिख धर्म नहीं, हिंदुस्तान पंजाब दा जो सभ्याचार है, लोग अपने घरां च अग बालदे आ लोहड़ी जदों भी मनाउंदे आ, असीं देखदे आ। दूजा त्योहार ये जो होली आउंदी आ, इहदे विच अगन दहन कीता जांदा है, पुतले साड़े जांदे आ होलका दे, झूठ दे, फरेब दे, ये भी त्योहार अग दे नाल प्रतीक है। तीजा त्योहार है दिवाली दा, जो असी घरां च दीवे बाल के ते वो भी अग दा प्रतीक मन्निया गया। ये 3 त्योहार हिंदुस्तान दी सभ्यता दे विच अग नूं नेड़े हो के कह लो कि विच वरत के मनाए जांदे ने। खैर कहंदे आ कि होलका आई अपने ए भरा हरनाकश नूं कहंदी आ, वेख तू जोर ला लिया, तेरा पुੱਤ तेरे तो नहीं मरदा, मैं शिवजी की भगती कीती आ ते मैनू एक ओने फुलकारी चादरा कह लो एक दुशाला दिता कि जे मैं ओनू लपेट के बुक्कल मार के अग च बह जा ते सच वे मेरा एक रूम भी नहीं सड़ेगा। ते क्यों ना होवे, तू वड्डी चिखा तैयार कर, सारी प्रजा इकट्ठी कर, मैं तेरे पुੱਤ नू लैके अग च बहनी आ ते तेरा पुੱਤ सड़ के मर जाएगा, मेरा ते वाल नहीं बेला बिंगा होने लगा। जिथों ये होली दहन शुरू होया ध्यान नाल सुनो, कहंदे मंजूरी दिती, चिखा तैयार हुई, अग बाली गई। सकी भूआ अपने इस सच एवे लैके प्रहलाद नू संगत जी बल दी अग च बैठी, भगत नू प्यार भी करन वाले ने प्रहलाद जी नू उस समय।
ਹੁਣ ਜਦੋਂ ਅੱਗ ਬਾਲੀ लोग रोन लगे ते हरनाखश खुश होन लगा कि मेरी ते भैन ने वर लिया, इनू ते हुण कुछ नहीं लगा। पर सच जानियो कहंदे आ कि ओथे सच रूपी प्रहलाद होर सोने वांग खरा होके बाहर आया, पर जिन्ने वर लिया सी ओ होलिका सड़ के सवा हो गई। इहदी दूजी गल विद्वान करदे आ, बेशक तुसी परमात्मा जां ओदे रहबरां कोलों वर लो, पर जदों तुसी ओदी गलत वरतों करोगे ओ तुहाडा भी नुकसान कर जूगी। सच इवे तुसी भावें लोकां दा नुकसान करन तुरे होवो। कहंदे इत्थे होलिका मरी सड़ गई, ओदी राख ठंडी होई ते उस समय प्रहलाद दी जित, सच दी जित, भगती दी जित, नेकी दी जित दे इवज दे अंदर प्रहलाद नूं परन प्यार करन वालियां ने होलिका दी उस राख नूं, ध्यान नाल सुनियो, होलिका दी उस राख नूं अंबरां ते उडाया ते एक गल कही, हर साल ये दिन मनाया जाऊगा। क्यों? हरनाकश वर्गा झूठ बलवान भावें होवे, ओदी प्रजा भावें वड्डी होवे, ओदे तख्त ओदे किले गढ़ भावें मजबूत होवन, भावें प्रहलाद वर्गा सच निवाणा ते निथावा ते छोटा होवे, पर सच एवे वड्डे झूठ दे अगे सच जित हमेशा सच प्रहलाद दी हुंदी आ। हुण ये जिहड़ी साखी सी ये सुनाउणी सी ब्राह्मण ने, ते ब्राह्मण बड़ा चलाक बंदा है। ये ब्राह्मण जात नहीं, ओ जिहड़े धर्म दे ठेकेदार, कि जे मैं सच दी साखी प्रहलाद दी ते हरनाकश दी इन्हां शूदरां नूं सुनाई ते ये ते साडे ते हल्ला करनगे। उन्हां ने संगत जी माफ करियो इतिहास इहो जिहा विगाड़ पाया कि हिंदुस्तान दी प्रजा रंगां दियां होलियां, फिर बेनती गंद दियां होलियां, मनोरंजन तक, शरीरक छेड़छाड़ तक ही सीमित रह गई। ते अज भी तुसी वेखो जो सच दा, जित दा, अनख दा, गैरत दा प्रतीक सी, उसने एक पासे करके ते इन्हां ने केवल बाहरी तौर दे उत्ते एक खरूद मचाउणी शुरू कीती। समा अपनी चाले चलदा गया। जेड़ा होला महल्ला ना, इनू सुनियो, यह है चढ़दी कला दा प्रतीक। 4-5 गल्लां ने। होला महल्ला है शास्त्र ते शस्त्र दा प्रतीक, होला महल्ला है संत ते सिपाही दा प्रतीक। होला महल्ला तां गुरु साहब ने मनाउणे शुरू कीते कि हिंदुस्तान दी प्रजा करद फरन तो डरदी सी। सच एवे बाज समझदी सी टिड्डी दल नूं। मार्द जी कहंदे मैं इहो जा जोश इन्हां दिनां च इस हिंदुस्तान दी कौम दे अंदर भरांगा लोकां अंदर कि जेड़े दूजियां तो डरदे आ ते हत्थां च करदा नहीं फड़दे। सच एवे इन्हां दे गलां च शमशीरां पवा के ते इन्हां तो सोधे लवावांगा। ਇਹ ਹੋਲਾ ਮਹੱਲਾ ਇਹਦਾ ਪ੍ਰਤੀਕ। ਇੱਕ ਉਦਾਹਰਨ ਕੱਲ ਪੜੀ ਵੇਦ ਵਿਆਸ ਜੀ ਨੇ ਨਾ ਜੀ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕੀ ਰਿਹਾ, ਇਹਨੂੰ ਧਿਆਨ ਨਾਲ ਸੁਣਿਓ ਤੇ ਅਸੀਂ ਸ਼ਸਤਰ ਸ਼ਾਸਤਰ ਨੂੰ ਨਾਲ ਲੈ ਕੇ ਹੋਲੇ ਮਹੱਲੇ ਤੱਕ ਪਹੁੰਚਣਾ। ਕਹਿੰਦੇ ਵੇਦ ਵਿਆਸ ਜੀ ਨੇ ਜਦੋਂ ਮਹਾਭਾਰਤ ਹੋਈ ਨਾ ਕੁਰੂਕਸ਼ੇਤਰ ਦੇ ਮੈਦਾਨ 'ਚ, ਬਹੁਤ ਉੱਥੇ ਵੱਢ ਟੱਕ ਹੋਈ। उस जंगे मैदान दे अंदर कृष्ण जी महाराज ने गीता उच्चारण की। ध्यान नाल सुनियो, उच्चारण उदों की पर लिखत दे अंदर बहुत हज़ारां साल बाद वेद व्यास जी लैके आए। हुण प्रिंसीपल सतवीर सिंह ने एक गल लिखी कि बिनोवा जी एक होया, वो एक गल लिखदे आ कि जदों गीता नूं लिखिया गया वेद व्यास जी वालों, उन्होंने विचकारला ते अखीरला ये 2 श्लोक बड़े भावपूर्वक रखे। ते विचकार वो चीज हुंदी आ जिहदा हेठला पद्धर भी उन्हें सामने आंदा ते उपरला पद्धर भी। वो की शै रखी कि अर्जुन जी जंगे मैदान दे अंदर महाभारत दे विच कृष्ण जी ने एक सवाल करदे आ कि जदों भी हिंदुस्तान देश दे उत्ते भाजड़ा पैण, इहदी अधोगति होवे ते उदों सब तो श्रोमणी धर्म की है, चंगी सिक्ख्या की है। ਇਹ ਗੱਲ ਸੁਣਿਓ, ਜਿਹੜੇ ਲੋਕ ਅੱਜ ਸ਼ਸਤਰਾਂ ਦਾ ਵਿਰੋਧ ਕਰਦੇ ਆ, ਜਿਹੜੇ ਲੋਕ ਕਹਿੰਦੇ ਜੀ ਇਹ ਤਾਂ ਇਦਾਂ ਹੋ ਗਿਆ ਉਦਾਂ, ਉਹ ਸੁਣਨ ਇਹਨਾਂ ਦੇ ਗ੍ਰੰਥਾਂ ਵਿੱਚ ਤੇ ਇਹਨਾਂ ਦੇ ਅਵਤਾਰਾਂ ਵੱਲੋਂ ਕੀ ਗੱਲਾਂ ਕਹੀਆਂ ਗਿਆ। ਤੇ ਕ੍ਰਿਸ਼ਨ ਜੀ ਅਰਜੁਨ ਜੀ ਨੂੰ ਇੱਕ ਗੱਲ ਕਹਿੰਦੇ ਸੁਣੋ, ਜਦੋਂ ਵੀ ਹਿੰਦੁਸਤਾਨ ਤੇ ਕਿਸੇ ਦੇਸ਼ ਕਿਸੇ ਕੌਮ ਤੇ ਕੋਈ ਭਾਜੜ ਪਵੇ, ਅਧੋਗਤੀ ਹੋਵੇ, ਕੋਈ ਉਤੋਂ ਹੁਕਮਰਾਨ ਆਪਣੀਆਂ ਫੌਜਾਂ ਲੈ ਕੇ ਚੜ ਕੇ ਆਵੇ, ਜੇ ਸ਼ਾਸਤਰ ਨੂੰ ਮੂਹਰੇ ਰੱਖ ਕੇ शस्त्र नूं पिछे रखांगे ते हमेशा कौमां ते देशां दी विजय होवेगी। ते जे केवल शस्त्र पढ़दे रह गए
ਤੇ ਸ਼ਾਸਤਰ ਪੜ੍ਹਦੇ ਰਹਿ ਕੇ ਸ਼ਸਤਰ ਦੇ ਧਾਰਨੀ ਨਾ ਹੋਏ ਤੇ ਫਿਰ ਤੁਹਾਨੂੰ ਜਰਵਾਣੇ ਵੀ ਲੁੱਟਣਗੇ ਤੇ ਤੁਹਾਨੂੰ ਆ ਕੇ ਤੁਹਾਡਾ ਮਾਲ ਅਸਬਾਬ ਵੀ ਜਿਹੜਾ ਆਪਣੇ ਕਲਾਵੇ 'ਚ ਰਹਿਣਗੇ। ਇਹ ਕੁਝ ਹੋਇਆ ਇਹ ਗੁਰੂ ਨਾਨਕ ਤੋਂ ਪਹਿਲਾਂ ਮੈਂ ਪਿੱਛੇ ਚੱਲ ਰਿਹਾ। ਹਿੰਦੁਸਤਾਨ ਦੀ ਕਮਿਊਨਿਟੀ ਨੇ ਮਹਾਤਮਾ ਬੁੱਧ ਦਾ ਸਮਾਂ ਆਇਆ ਤੇ ਉਹਨੇ ਇੱਕ ਨਾਰਾ ਮਾਰਿਆ, ਅਹਿੰਸੋ ਪਰਮੋ ਧਰਮ, ਜਿਹਨੂੰ ਮਹਾਤਮਾ ਗਾਂਧੀ ਨੇ ਬੜੇ ਜ਼ੋਰ ਨਾਲ ਪ੍ਰਚਾਰਿਆ ਕਿ ਅਹਿੰਸੋ ਪਰਮੋ ਧਰਮ, ਸ਼ਸਤਰਾਂ ਦੀ ਲੋੜ ਨਹੀਂ। ਇਹੀ ਕਾਰਨ ਹੈ ਜਦੋਂ ਸ਼ੰਕਰਾਚਾਰਿਆ ਦਾ ਵਫਦ ਉੱਠਿਆ ਸੀ ਤੇ ਹਿੰਦੁਸਤਾਨ ਦੇ ਉੱਤੋਂ ਬੋਧੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਰੱਖਤਾ ਸੀ। ਵਿਰਲੇ ਵੰਝ ਹੀ ਹੈ ਜਾਂ ਚੀਨ, ਜਾਪਾਨ ਤੇ ਹੁਣ ਥਾਈਲੈਂਡ, ਸ਼੍ਰੀਲੰਕਾ 'ਚ ਰਹਿ ਕੇ, ਇੰਡੀਆ 'ਚ ਨਹੀਂ। ਤੇ ਅਸ਼ੋਕ ਰਾਜਾ ਜੋ ਉਸ ਸਮੇਂ ਪਟਨੇ ਦੀ ਧਰਤੀ ਦਾ, ਉਹਨੇ ਜਦੋਂ ਇਸ ਧਰਮ ਨੂੰ ਆਪਣਾ ਸਵੀਕਾਰ ਕੀਤਾ ਤੇ ਉਹਨੇ ਸ਼ਸਤਰ ਗੰਗਾ 'ਚ ਸੁੱਟ ਕੇ ਇੱਕ ਗੱਲ ਕਿਹਾ ਕਿ ਇਹ ਸ਼ਸਤਰ ਜਿਹੜੇ ਆ ਕਿਸੇ ਨੂੰ ਮੌਤ ਦੇ ਦਿੰਦੇ ਆ, ਜ਼ਿੰਦਗੀ ਨਹੀਂ। ਕਿਉਂਕਿ ਜਿਹੜਾ ਬੁੱਧ ਧਰਮ ਹੈ ਉਹ ਬਿਲਕੁਲ ਵੀ ਇਹਦੇ ਅਨੁਕੂਲ ਨਹੀਂ ਗੱਲ ਕਰਦਾ। ਹੁਣ ਜੋ ਸਾਡਾ ਸੰਵਿਧਾਨ ਹੈ ਜਾਂ ਅਸੀਂ ਕਹਿ ਲਓ ਕਿ ਅਸ਼ੋਕ ਚੱਕਰ ਹੈ, ਤੁਸੀਂ ਕਦੇ ਨੋਟ ਕੀਤਾ ਉਹਦੇ ਵਿੱਚ 3 ਸ਼ੇਰ ਬਣੇ ਹੋਏ ਆ, 3 ਸ਼ੇਰ, ਤੇ ਪਿਛਲੇ ਪਾਸੇ ਵੀ ਉਹਦੇ ਸ਼ੇਰ ਹੀ ਆ। ਸਾਡੇ ਵਿਦਵਾਨ ਕਹਿੰਦੇ ਵਾਹ ਅਸ਼ੋਕ, ਜਦੋਂ ਆਪਣਾ ਚੱਕਰ ਬਣਾਉਣਾ ਤੇ ਉਦੋਂ ਸ਼ੇਰਾਂ ਦਾ ਸਹਾਰਾ ਲੈਣਾ, ਤੇ ਜਦੋਂ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਆਉਂਦੀ ਉਦੋਂ ਸ਼ਸਤਰਾਂ ਨੂੰ ਗੰਗਾ 'ਚ ਵਹਾ ਦੇਣਾ। ਕਦੇ ਪੜ੍ਹ ਕੇ ਵੇਖੋ ਇਹ ਸਾਡਾ ਹੋਇਆ ਕੀ। ਫਿਰ ਇਸ ਹਿੰਦੁਸਤਾਨ ਨੂੰ 900 ਸਾਲ ਸੰਗਤ ਜੀ, ਕਦੇ ਗਜਨਵੀ ਆਇਆ, ਕਦੇ ਮੁਗਲ ਆਏ, ਕਿੰਨੇ ਆਏ ਆ ਗੋਰਿਆਂ ਤੱਕ, ਤੇ ਇਹਨੂੰ ਇਹੋ ਜਿਹਾ ਜੰਜੀਰਾਂ 'ਚ ਪੇੜਿਆ, ਇਹਨਾਂ ਦੇ ਮੰਦਰ ਢਾਏ, ਪੱਤ ਰੋਲੀ, ਧਨ ਲੁੱਟੇ ਤੇ ਗਏ ਨਹੀਂ। ਇਸੇ ਹਿੰਦੁਸਤਾਨ ਤੇ ਕਾਬਜ ਹੋ ਕੇ ਤੇ ਆਪਣੀ ਸੱਚ ਵੇ ਈਨ ਮਨਾਉਂਦੇ ਰਹੇ। ਇੱਕ ਇਸ਼ਾਰਾ ਦੇ ਕੇ ਸਿਕੰਦਰ ਚੜ ਕੇ ਆਇਆ ਤੇ ਜਿਨ੍ਹਾਂ ਨੇ ਸ਼ਸਤਰ ਤਿਆਗੇ ਤੇ ਕੇਵਲ ਕਹਿੰਦੇ ਰਾਮ ਰਾਮ ਜੀ, ਹੋਰ ਕੁਝ ਨਹੀਂ। ਸਿਕੰਦਰ ਦੇ ਖੱਲਿਆਂ ਨੇ ਪੋਸ ਵਰਗਿਆਂ ਦੇ ਗੋਡੇ ਟਿਕਾ ਦਿੱਤੇ। ਸਮਾਂ ਲੰਘਿਆ, ਉਹਨੇ ਵੀ ਈਨ ਮੰਨੀ ਸੀ ਤੇ ਅੱਗੇ ਫਿਰ ਬਾਬਰ ਚੜ ਕੇ ਆਉਂਦਾ ਇਧਰਲੇ ਪਾਸੇ। ਹੁਣ ਇਹ ਗੱਲ ਬਾਣੀ 'ਚ ਆ ਗਈ ਤੇ ਅਸੀਂ ਹੋਲੇ ਮਹੱਲੇ ਤੇ ਪਹੁੰਚਣਾ। ਹੁਣ ਬਾਬਰ ਚੜ ਕੇ ਆਇਆ ਤੇ ਇਧਰਲੇ ਪਾਸੇ ਪਠਾਨ ਨੇ, ਹਿੰਦੁਸਤਾਨ ਦੀ ਰਾਜਪੂਤਾਂ ਨੇ ਲੋਕ, ਉਹਨਾਂ ਨੂੰ ਲੱਗਾ ਪਤਾ ਜੀ ਬਾਬਰ ਚੜ ਕੇ ਆ ਰਿਹਾ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਸਾਡੇ ਕੋਲ ਬੜੇ ਪੀਰ ਆ, ਇਹੋ ਜਿਹੇ ਮੰਤਰ ਮੰਨ ਕੇ ਸਾਰੀ ਫੌਜ ਹੀ ਇੰਨੀ ਹੋ ਜੂਗੀ। ਹੁਣ ਕਹਿੰਦੇ ਆ ਸਾਡੇ ਹਿੰਦੁਸਤਾਨ ਦੇ ਲੋਕ ਅਜੇ ਕੇਵਲ ਰੱਥਾਂ ਤੇ ਹਾਥੀਆਂ ਦੀਆਂ ਸਵਾਰੀਆਂ ਤੱਕ ਸੀਮਤ ਸੀ। ਤੇ ਜਦੋਂ ਸਿਕੰਦਰ ਦੇ ਘੋੜੇ ਤੇ ਬਾਬਰ ਦੇ ਘੋੜੇ ਦੀਆਂ ਪੈੜਾਂ, ਉਹਦੇ ਸਾਚੇਵੇ ਬਾਹੂਬਲ ਜਰਨੈਲ ਹਿੰਦੁਸਤਾਨ ਦੇ ਇਸ ਖਿੱਤੇ 'ਚ ਆਏ, ਇਹਨਾਂ ਦੇ ਹਾਥੀ, ਇਹਨਾਂ ਦੇ ਰੱਥ, ਉਹਨਾਂ ਦੀਆਂ ਘੋੜੀਆਂ ਦੀਆਂ ਰਫ਼ਤਾਰਾਂ ਦੇ ਮੁਕਾਬਲੇ ਨਾ ਕਰ ਸਕੇ। ਕਿਉਂ? ਗੁਰੂ ਗੋਬਿੰਦ ਸਿੰਘ ਨੇ ਹੋਲਾ ਮਹੱਲਾ ਕੱਢਿਆ ਸੀ। ਬਾਬਰ ਆਇਆ ਚੜ ਕੇ ਜੀ, ਬਾਬਾ ਨਾਨਕ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ, ਕਰੋੜਾਂ ਭਾਵ ਅਣਗਿਣਤ ਜਿੰਨਾ ਪੀਰ ਸੀ ਪਠਾਣਾ ਇਕੱਠਾ ਕਰ ਲਿਆ, ਸਰਹੱਦ ਦੇ ਉੱਤੇ ਰੱਖਤਾ ਕਿ ਬਾਬਰ ਚੜ ਕੇ ਆ ਰਿਹਾ, ਤੁਸੀਂ ਮੰਤਰ ਮਾਰ ਕੇ ਅੰਨੇ ਕਰ ਦਿਓ, ਅਸੀਂ ਲੰਮੇ ਪਾਵਾ ਕੁੱਟ ਦੇਣੇ ਆ। ਹੁਣ ਜੇ ਮੰਤਰਾਂ ਨਾਲ ਸਰਹੱਦਾਂ ਤੇ ਫਤਿਹ ਹੁੰਦੀ ਤੇ ਆ ਫੌਜੀਆਂ ਦੀ ਲੋੜ ਕੀ ਸੀ? ਸਾਰੇ ਬਾਬੇ ਭਾ ਦਿੰਦੇ ਉੱਥੇ ਕਿ ਲਓ ਜੀ ਬਾ ਮੰਤਰ ਮਾਰ ਦਿਓ ਤੇ ਸਭ ਕੁਝ ਹੀ ਬੰਨੇ ਬੰਨੇ ਆ। ਪਰ ਇਦਾਂ ਦੀਆਂ ਗੱਲਾਂ ਨਹੀਂ। ਸਾਧ ਸੰਗਤ ਜੀ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ ਕਿ ਬਾਬਰ ਮੀਰ ਚੜ ਕੇ ਆ ਰਿਹਾ। ਕਹਿੰਦੇ ਥਾਨ ਮੁਕਾਮ ਜਲੇ ਵਿੱਚ ਮੰਦਰ, ਮੁਸ ਮੁਸ ਕੋ ਰਵਾਇਆ। ਬਾਬਾ ਨਾਨਕ ਕਹਿੰਦਾ ਕੋਈ ਮੁਗਲ ਨਾ ਹੋਆ ਆਂਦਾ, ਕਿਨੋਂ ਨਾ ਪਰਚਾ ਲਾਇਆ। ਓਏ ਦੁਨੀਆ ਦੇ ਲੋਗੋ, ਕੋਈ ਮੁਗਲ ਅੰਦਾ ਨਹੀਂ ਹੋਇਆ ਤੇ ਪਠਾਣਾ ਨੂੰ ਉਹ ਤੇ ਹਿੰਦੁਸਤਾਨ ਦੀ ਪੱਤ ਨੂੰ ਉਹ ਰੋਲਿਆ ਕਿ ਜਿਨ੍ਹਾਂ ਦੇ ਸਵੇਰ ਤੱਕ ਬਾਬਾ ਨਾਨਕ ਇਹ ਗੱਲ ਕਹਿੰਦੇ, ਮੈਂ ਮਾਗ 'ਚ ਸਹੂਤ ਸੰਧੂਰ ਵੇਖੇ, ਸ਼ਾਮ ਤੱਕ ਬਾਬਰ ਦੇ ਜਰਨੈਲਾਂ ਨੇ ਉਹਨਾਂ ਦੀਆਂ ਪੱਤਾਂ ਰੋਲ ਕੇ ਰੱਖਤੀਆਂ ਸੀ। ਇੰਨਾ ਹਾਲ ਮਾੜਾ ਅਹਿਮਦਾਬਾਦ ਦਾ ਕੀਤਾ। ਹੁਣ